ਸਾਰੀ ਦੁਨੀਆ ਵਿੱਚ ਵਸਦੇ ਮਸੀਹ ਪਰਿਵਾਰਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬ ਦੀ ਧਰਤੀ ਤੇ ਜਲੰਧਰ ਸ਼ਹਿਰ ਦੇ ਪਿੰਡ ਤਾਜਪੁਰ, ਜੋ ਕਿ ਨਕੋਦਰ ਰੋਡ ਤੇ ਸਥਿਤ ਹੈ, ਜਿੱਥੇ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਭਵਨ ਹੈ, ਜਿਸ ਦਾ ਨਾਮ ਦ ਚਰਚ ਆਫ ਗਲੋਰੀ ਐਂਡ ਵਿਜ਼ਡਮ ਹੈ। ਉੱਥੇ ਪਰਮੇਸ਼ਵਰ ਦੇ ਦਾਸ ਪ੍ਰੋਫਿਟ ਬਜਿੰਦਰ ਸਿੰਘ ਜੀ ਆਈ ਹੋਈ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਬਚਨ ਸੁਣਾਉਂਦੇ ਹਨ। ਸਾਰੀ ਦੁਨੀਆ ਦੇ ਲੋਕ ਭਾਰੀ ਗਿਣਤੀ ਵਿੱਚ ਇਸ ਪਵਿੱਤਰ ਭਵਨ 'ਚ ਆ ਕੇ ਪ੍ਰਭੂ ਯਿਸੂ ਮਸੀਹ ਤੋਂ ਬਰਕਤਾਂ ਪ੍ਰਾਪਤ ਕਰਦੇ ਹਨ। ਪ੍ਰੋਫਿਟ ਬਜਿੰਦਰ ਸਿੰਘ ਜੀ ਪਵਿੱਤਰ ਆਤਮਾ ਜੀ ਦੀ ਅਗਵਾਈ ਨਾਲ ਆਈ ਹੋਈ ਸੰਗਤ ਲਈ ਪ੍ਰਾਰਥਨਾ ਕਰਦੇ ਹਨ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰੋਫਿਟ ਬਜਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਇਸ ਐਪੀਸੋਡ ਵਿੱਚ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਪਰਮੇਸ਼ਵਰ ਨੇ ਇੱਕ ਵਾਰ ਫਿਰ ਤੋਂ ਸਾਨੂੰ ਮਿਲਣ ਦਾ ਅਵਸਰ ਦਿੱਤਾ। ਅੱਜ ਦਾ ਸਾਡਾ ਟੌਪਿਕ ਹੈਗਾ ਬਰਕਤ ਕਿਵੇਂ ਪਾਈਏ। ਪਰਮੇਸ਼ਵਰ ਦਾ ਧੰਨਵਾਦ ਕਰਦਾ ਮੈਂ ਇਸ ਟੌਪਿਕ ਵਾਸਤੇ ਕਿ ਪਰਮੇਸ਼ਵਰ ਨੇ ਮੈਨੂੰ ਵੀ ਬੜੀ ਗੱਲਾਂ ਸਿਖਾਈ ਤੇ ਮੈਂ ਅੱਜ ਤੁਹਾਨੂੰ ਸਿਖਾਉਣ ਜਾ ਰਿਹਾ ਕਿ ਅੱਜ ਪਵਿੱਤਰ ਆਤਮਾ ਦੇ ਵਚਨ ਦੇ ਨਾਲ ਕਿ ਪਰਮੇਸ਼ਵਰ ਕਿਵੇਂ ਤੁਹਾਨੂੰ ਬਰਕਤ ਦੇਗਾ, ਕਿਵੇਂ ਤੁਸੀਂ ਬਰਕਤ ਪਾ ਸਕਦੇ ਹੋ। ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਮੈਂ ਬਹੁਤ ਪ੍ਰਾਰਥਨਾ ਕਰਦਾ ਲੇਕਿਨ ਮੈਂ ਬਹੁਤ ਮਿਹਨਤ ਕਰਦਾ ਲੇਕਿਨ ਮੈਨੂੰ ਫਲ ਨਹੀਂ ਮਿਲਦਾ। ਮਤਲਬ ਕਿ ਪਤਰਸ ਵੀ ਕਹਿੰਦਾ ਸੀ ਯਿਸੂ ਮਸੀਹ ਨੂੰ, ਉਹ ਕਹਿੰਦਾ ਕਿ ਪਵਿੱਤਰ ਆਤਮਾ ਜੀ ਮੈਂ ਪ੍ਰਭੂ ਯਿਸੂ ਮਸੀਹ ਬੜੀ ਮਿਹਨਤ ਕੀਤੀ, ਮੈਂ ਸਾਰੀ ਰਾਤ ਜਾਲ ਪਾਇਆ ਲੇਕਿਨ ਮੈਂ ਇੰਨੀ ਮਿਹਨਤ ਕੀਤੀ। ਇੱਕ ਅੱਛਾ ਬਿਜ਼ਨਸਮੈਨ ਸੀਗਾ ਉਹ, ਮਤਲਬ ਕਿ ਉਹ ਇੱਕ ਮੱਛਲੀਆਂ ਦਾ ਬਿਜ਼ਨਸ ਕਰਦਾ ਸੀ ਲੇਕਿਨ ਉਹਦੇ ਨਾਲ ਪ੍ਰੋਬਲਮ ਕੀ ਹੋਈ ਕਿ ਉਹ ਬਹੁਤ ਵਾਰ ਉਹਨੇ ਜਾਲ ਪਾਇਆ ਲੇਕਿਨ ਉਹਦਾ ਜਾਲ ਭਰਿਆ ਨਹੀਂ। ਮਤਲਬ ਕਿ ਬਾਰ-ਬਾਰ ਉਹਨੇ ਪ੍ਰਭੂ ਯਿਸੂ ਮਸੀਹ ਅੱਗੇ ਕੰਪਲੇਂਟ ਕੀਤੀ, ਕਹਿੰਦਾ ਕਿ ਮੈਂ ਇੰਨੀ ਮਿਹਨਤ ਕਰਦਾ, ਇੰਨਾ ਕੁਝ ਕਰਦਾ ਤੇ ਮੈਂ ਹੋ ਸਕਦਾ ਹੈ ਕਿ ਤੁਸੀਂ ਵੀ ਅੱਜ ਕੰਪਲੇਂਟ ਕਰ ਰਹੇ ਹੋ ਪਵਿੱਤਰ ਆਤਮਾ ਦੇ ਅੱਗੇ ਕਿ ਪਵਿੱਤਰ ਆਤਮਾ ਜੀ ਮੈਂ ਬਹੁਤ ਪ੍ਰਾਰਥਨਾ ਕਰ ਰਿਹਾ, ਬਹੁਤ ਮੈਂ ਕੋਸ਼ਿਸ਼ ਕਰ ਰਿਹਾ ਲੇਕਿਨ ਮੈਂ ਫਿਰ ਵੀ ਬਰਕਤ ਨਹੀਂ ਪਾ ਰਿਹਾ। ਲੇਕਿਨ ਮੇਰੇ ਕਹਿਣ ਦਾ ਮਕਸਦ ਹੈ, ਬਹੁਤ ਲੋਕੀ ਕੁਐਸਚਨ ਕਰਦੇ ਨੇ ਰੱਬ ਤੂੰ ਮੈਨੂੰ ਗਰੀਬ ਕਿਉਂ ਬਣਾਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰੱਬ ਕਿਸੇ ਨੂੰ ਨਾ ਅਮੀਰ ਬਣਾਉਂਦਾ ਨਾ ਗਰੀਬ ਬਣਾਉਂਦਾ। ਰੱਬ ਸਾਰਿਆਂ ਨੂੰ ਉਹਦੇ ਕਰਮ ਦੇ ਅਨੁਸਾਰ ਅਮੀਰ ਬਣਾਉਂਦਾ ਤੇ ਗਰੀਬ ਬਣਾਉਂਦਾ। ਲੋਕੀ ਰੋਂਦੇ ਨੇ ਪ੍ਰਾਰਥਨਾ ਵਿੱਚ, ਪ੍ਰਭੂ ਮੈਨੂੰ ਧਨ ਦੇ ਦੇ, ਧਨ ਦੇ ਦੇ, ਮੈਨੂੰ ਅਮੀਰ ਬਣਾ ਦੇ, ਮੈਨੂੰ ਬਰਕਤ ਦੇ ਦੇ, ਮੈਨੂੰ ਆਸ਼ੀਸ਼ ਦੇ ਦੇ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਜਿੰਨਾ ਮਰਜ਼ੀ ਰੱਬ ਅੱਗੇ ਰੋਈ ਜਾਓ, ਜਿੰਨਾ ਮਰਜ਼ੀ ਪ੍ਰਾਰਥਨਾ ਕਰੀ ਜਾਓ, ਲੇਕਿਨ ਮੇਰੇ ਕਹਿਣ ਦਾ ਮਕਸਦ ਹੈਗਾ ਅਗਰ ਜੇ ਤੁਹਾਡੀ ਪ੍ਰਾਰਥਨਾ ਵਿੱਚ ਕਰਮ ਦੇ ਅੰਦਰ ਵਿਸ਼ਵਾਸ ਨਹੀਂ ਹੈ ਜਾਂ ਵਿਸ਼ਵਾਸ ਦੇ ਨਾਲ ਕਰਮ ਨਹੀਂ ਆ ਤੇ ਤੁਹਾਡੀ ਪ੍ਰਾਰਥਨਾ ਸਵੀਕਾਰ ਨਹੀਂ ਹੋਣੀ। ਮੇਰੇ ਕਹਿਣ ਦਾ ਮਕਸਦ ਹੈਗਾ ਕਿ ਅਗਰ ਜੇ ਤੁਸੀਂ ਪ੍ਰਾਰਥਨਾ ਦੇ ਨਾਲ ਮਤਲਬ ਕਿ ਕਰਮ ਕਰੋ ਤੇ ਪਵਿੱਤਰ ਆਤਮਾ ਕਹਿੰਦਾ ਕਿ ਤੁਹਾਡੇ ਹਰ ਇੱਕ ਗੱਲ ਨੂੰ ਪਵਿੱਤਰ ਆਤਮਾ ਆਪਣੇ ਸਵਰਗ ਦੂਤਾਂ ਨੇ, ਜਿਹੜੇ ਸਵਰਗ ਦੂਤ ਨੇ ਉਹ ਪਰਮੇਸ਼ਵਰ ਕੋਲ ਤੁਹਾਡੀ ਪ੍ਰਾਰਥਨਾ ਨੂੰ, ਵਿਨਤੀਆਂ ਨੂੰ ਲੈ ਕੇ ਜਾਂਦੇ ਨੇ। ਪਵਿੱਤਰ ਆਤਮਾ ਉਹ ਤੁਹਾਡੀ ਵਿਨਤੀਆਂ ਨੂੰ, ਪ੍ਰਾਰਥਨਾ ਨੂੰ ਅੱਜ ਸਵੀਕਾਰ ਕਰੇਗਾ। ਲੇਕਿਨ ਕਦੋਂ? ਜਦੋਂ ਤੁਸੀਂ ਇਸ ਗੱਲ ਨੂੰ ਫੋਲੋ ਕਰੋਗੇ ਕਿ ਨਹੀਂ ਜੇ ਪਵਿੱਤਰ ਆਤਮਾ ਜਿਹੋ ਜੀ ਗੱਲ ਕਹਿੰਦਾ ਮੈਂ ਉਹਨੂੰ ਫੋਲੋ ਕਰਾਂਗਾ, ਜਿਹੜੀ ਗੱਲ ਬਾਈਬਲ ਕਹਿੰਦੀ ਹੈ ਮੈਂ ਉਹਨੂੰ ਫੋਲੋ ਕਰਾਂਗਾ। ਬਾਈਬਲ ਕਿਉਂ ਕਹਿੰਦੀ ਹੈ ਕਿ ਬਾਰ-ਬਾਰ ਤੁਸੀਂ ਚਰਚ ਜਾਇਆ ਕਰੋ, ਤੁਸੀਂ ਦਾਨ ਦਿਆ ਕਰੋ, ਤੁਸੀਂ ਦਸ਼ਮਾਂਸ਼ ਦਿਆ ਕਰੋ, ਤੁਸੀਂ ਪ੍ਰਾਰਥਨਾ ਕਰਿਆ ਕਰੋ, ਤੁਸੀਂ ਮਤਲਬ ਕਿਉਂ ਬਾਈਬਲ ਬਿਆਨ ਕਰਦੀ ਹੈ ਗੱਲਾਂ ਨੂੰ? ਕਿਉਂਕਿ ਪਵਿੱਤਰ ਆਤਮਾ ਆਪਣੇ ਡਿਸੀਜਨ ਨੂੰ ਲੋਕਾਂ ਨੂੰ ਦੇਣਾ ਚਾਹੁੰਦਾ ਹੈ ਕਿ ਜਿਹੜੇ ਮੇਰੇ ਡਿਸੀਜਨ ਨੂੰ ਫੋਲੋ ਕਰਦੇ ਨੇ, ਮੇਰੇ ਡਿਸਿਪਲਿਨ ਨੂੰ ਫੋਲੋ ਕਰਦੇ ਨੇ, ਕਹਿੰਦਾ ਕਿ ਮੈਂ ਉਹਨਾਂ ਨੂੰ ਬਰਕਤ ਦੇਵਾਂਗਾ। ਬਾਈਬਲ ਦੱਸਦੀ ਹੈ ਇਸ ਗੱਲ ਨੂੰ ਕਿ ਤੁਸੀਂ ਬੀਜ ਬੋਓਗੇ, ਜਿਹੋ ਜਿਹਾ ਬੀਜ ਬੋਓਗੇ ਉਹ ਜਿਹਾ ਕੱਟੋਗੇ। ਮੇਰੇ ਕਹਿਣ ਦਾ ਮਕਸਦ ਆ ਕਿ ਪਰਮੇਸ਼ਵਰ ਦਾ ਆਤਮਾ ਕਹਿੰਦਾ 126 ਦੇ 6 ਵਿੱਚ ਲਿਖਿਆ, ਕਹਿੰਦਾ ਭਲੇ ਹੀ ਕਿਉਂ ਨਾ ਕਿਸਾਨ ਬੀਜ ਬੋਣ ਵਾਸਤੇ ਜਦ ਖੇਤ ਵਿੱਚ ਜਾਂਦਾ ਬੇਸ਼ੱਕ ਰੋਂਦਾ ਹੋਏ ਜਾਵੇ ਲੇਕਿਨ ਕਹਿੰਦਾ ਕਿ ਉਹ ਵਿਸ਼ਵਾਸ ਰੱਖੇ ਇੱਕ ਦਿਨ ਹੱਸਦਾ ਹੋਇਆ ਜ਼ਰੂਰ ਆਏਗਾ ਆਪਣੀ ਫਸਲ ਨੂੰ ਕੱਟਣ ਵਾਸਤੇ ਤੇ ਆਪਣੀ ਫਸਲ ਨੂੰ ਲੈ ਕੇ ਖੁਸ਼ ਹੁੰਦਾ ਹੋਇਆ ਜ਼ਰੂਰ ਆਏਗਾ। ਕਿਸਾਨ ਨੂੰ ਕੀ ਕਰਨਾ ਪੈਂਦਾ? ਕਿਸਾਨ ਨੂੰ ਪਹਿਲਾਂ ਬੀਜ ਬੋਣਾ ਪੈਂਦਾ ਹੈ, ਉਹਦੇ ਬਾਅਦ ਕੀ ਕਰਨਾ ਪੈਂਦਾ? ਉਹਨੂੰ ਪਾਣੀ ਦੇਣਾ ਪੈਂਦਾ ਹੈ, ਉਹਦੇ ਬਾਅਦ ਕੀ ਕਰਨਾ ਪੈਂਦਾ? ਉਹ ਅਰਦਾਸ ਕਰਦਾ ਰੱਬ ਅੱਗੇ ਕਿ ਮੇਰੀ ਫਸਲ ਇਸ ਵਾਰ ਵਧੀਆ ਹੋਵੇ। ਮੇਰੇ ਕਹਿਣ ਦਾ ਮਕਸਦ ਹੈ ਕਿ ਪਰਮੇਸ਼ਵਰ ਦਾ ਆਤਮਾ ਕਹਿੰਦਾ ਹੈ ਕਿ ਦੋਗੇ ਤੇ ਦਿਆ ਜਾਵੇਗਾ। ਮਤਲਬ ਕਿ ਜਦੋਂ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਬੀਜ ਬੋਗੇ ਤੇ ਪਰਮੇਸ਼ਵਰ ਦਾ ਆਤਮਾ ਕਹਿੰਦਾ ਹੈ ਕਿ ਤੁਸੀਂ ਫਲਵੰਤ ਹੋ ਜਾਓਗੇ। ਇੱਕ ਆਦਮੀ ਆਪਣੇ ਮਨ ਤੋਂ ਗਰੀਬ ਬਣਦਾ, ਇੱਕ ਮਨ ਤੋਂ ਮਤਲਬ ਆਪਣੇ ਵਿਚਾਰਾਂ ਤੋਂ ਹੀ ਗਰੀਬ ਬਣਦਾ ਕਿ ਉਹ ਸੋਚ ਜਿਵੇਂ ਜਿਹਾ ਸੋਚ ਰੱਖੇਗਾ ਉਹ ਉਹੋ ਜਿਹਾ ਹੀ ਹੋ ਜਾਏਗਾ। ਬਾਈਬਲ ਦੱਸਦੀ ਹੈ ਇਸ ਗੱਲ ਨੂੰ। ਯਿਸੂ ਮਸੀਹ ਕਹਿੰਦਾ ਕਿ ਜਿਹੋ ਜਿਹਾ ਬੀਜ ਬੋਓਗੇ ਉਹੋ ਜਿਹਾ ਕੱਟੋਗੇ। ਮਤਲਬ ਕਹਿੰਦਾ ਕਿ ਦੋਗੇ ਤੇ ਦਿਆ ਜਾਵੇਗਾ। ਮੇਰੇ ਕਹਿਣ ਦਾ ਮਕਸਦ ਹੈ ਕਿ ਤੁਸੀਂ ਆਪਣੇ ਮਨ ਨੂੰ ਅੱਜ ਤੁਸੀਂ ਬਾਈਬਲ 'ਚ ਦੇ ਰਹੇ ਹੋ, ਪਰਮੇਸ਼ਵਰ ਤੁਹਾਡੇ ਵਾਸਤੇ ਆਪਣਾ ਮਨ ਖੋਲੇਗਾ। ਤੁਸੀਂ ਅੱਜ ਆਪਣੀ ਅੱਖਾਂ ਪਵਿੱਤਰ ਆਤਮਾ ਨੂੰ ਦੇ ਰਹੇ ਹੋ। ਕਹਿੰਦਾ ਕਿ ਤੁਸੀਂ ਆਪਣੇ ਪੈਰ ਚਰਚ ਵਿੱਚ ਦੇ ਰਹੇ ਹੋ। ਤੁਸੀਂ ਮਤਲਬ ਕਿ ਪੈਰ
ਬੋ ਰਹੇ ਹੋ, ਮਤਲਬ ਕਿ ਤੁਸੀਂ ਚਰਚ ਜਾ ਰਹੇ ਹੋ ਸੰਡੇ, ਤੁਸੀਂ ਆਪਣੇ ਪੈਰ ਬੋ ਰਹੇ ਹੋ, ਤੁਸੀਂ ਆਪਣੇ ਅੱਖਾਂ ਨੂੰ ਬਾਈਬਲ 'ਚ ਦੇ ਰਹੇ ਹੋ ਤੇ ਤੁਸੀਂ ਆਪਣੇ ਅੱਖਾਂ ਬੋ ਰਹੇ ਹੋ ਬਾਈਬਲ ਵਿੱਚ। ਪਵਿੱਤਰ ਆਤਮਾ ਕਹਿੰਦਾ ਕਿ ਤੁਸੀਂ ਆਪਣਾ ਮਨ ਬਾਈਬਲ ਵਿੱਚ ਲਾ ਰਹੇ ਹੋ ਤੇ ਬਾਈਬਲ ਕਹਿੰਦੀ ਹੈ ਇਸ ਗੱਲ ਨੂੰ ਕਿ ਉਹ ਤੁਸੀਂ ਆਪਣਾ ਮਨ ਬੋ ਰਹੇ ਹੋ। ਲੇਕਿਨ ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਤੁਹਾਡਾ ਬੋਇਆ ਹੋਇਆ ਤੁਹਾਡਾ ਫਲੋਪ ਨਹੀਂ ਹੋਣਾ। ਮੇਰੇ ਕਹਿਣ ਦਾ ਮਕਸਦ ਹੈਗਾ ਕਿ ਪਰਮੇਸ਼ਵਰ ਨੇ ਇੱਕ ਦਿਨ ਤੁਹਾਡਾ ਬੋਇਆ ਹੋਇਆ, ਤੁਹਾਡੀ ਅੱਖਾਂ ਜਿਹੜੀ ਤੁਹਾਡੀ ਬਾਈਬਲ ਵਿੱਚ ਲੱਗੀਆਂ, ਤੁਹਾਡੇ ਕਾਨ ਜਿਹੜੇ ਵਚਨ ਦੇ ਨਾਲ ਲੱਗੇ ਹੋਏ ਨੇ ਸੁਣਨ ਵਾਸਤੇ, ਤੇ ਤੁਹਾਡਾ ਕੋਈ ਗਲਾ, ਤੁਹਾਡੀ ਆਵਾਜ਼ ਜਿਹੜੀ ਮਤਲਬ ਕਿ ਤੁਸੀਂ ਬੋ ਰਹੇ ਹੋ, ਅੱਜ ਤੁਸੀਂ ਹੱਥ ਆਪਣੇ ਬੋ ਰਹੇ ਹੋ, ਵਰਸ਼ਿਪ ਵਿੱਚ ਬੋ ਰਹੇ ਹੋ। ਲੇਕਿਨ ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਮੈਂ ਤੁਹਾਡਾ ਬੋਇਆ ਹੋਇਆ ਤੁਹਾਡਾ ਦੁੱਗਣਾ ਲੁਟਾਵਾਂਗਾ। ਮਤਲਬ ਕਿ ਤੁਹਾਡੀ ਲਾਈਫ ਅੱਖਾਂ ਦੀ ਪਵਿੱਤਰ ਆਤਮਾ ਵਧਾਉਂਦਾ ਹੈ। ਪਰਮੇਸ਼ਵਰ ਤੁਹਾਡੇ ਕੰਨਾਂ ਦੀ ਲਾਈਫ ਵਧਾਉਂਦਾ ਹੈ, ਤੁਹਾਡੇ ਆਤਮਾ ਦੀ ਲਾਈਫ ਵਧਾਉਂਦਾ ਹੈ, ਤੁਹਾਡੀ ਲੰਬੀ ਆਯੂ ਕਰਦਾ ਹੈ। ਕਿਉਂ? ਕਿਉਂਕਿ ਤੁਸੀਂ ਪਰਮੇਸ਼ਵਰ ਦੇ ਵਚਨ ਨਾਲ ਤੁਸੀਂ ਬੋਂਦੇ ਹੋ। ਕਿਹਨੂੰ? ਆਪਣੇ ਦਿਮਾਗ ਨੂੰ, ਆਪਣੇ ਦਿਲ ਨੂੰ, ਆਪਣੇ ਮਨ ਨੂੰ। ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਮੈਂ ਤੁਹਾਡੀ ਲਾਈਫ ਨੂੰ, ਉਹ ਜ਼ਿਆਦਾ ਲੋਕ ਇਸ ਧਰਤੀ ਉੱਤੇ ਉਹ ਜਿੰਦੇ ਨੇ ਜਿਹੜੇ ਪਰਮੇਸ਼ਵਰ ਦੀ ਭਗਤੀ ਕਰਦੇ ਨੇ। ਮੈਂ ਕਹਿ ਰਿਹਾ ਜਿਹੜੇ ਆਪਣਾ ਟਾਈਮ ਨੂੰ ਐਕਸਪੈਂਡ ਕਰਦੇ ਨੇ ਪਰਮੇਸ਼ਵਰ ਦੇ ਨਾਲ, ਜਿਹੜੇ ਬੀਜ ਬੋਂਦੇ ਨੇ, ਉਹ ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਜਿਹੜੇ ਧਨ ਵੀ ਬੋਂਦੇ ਨੇ, ਕਹਿੰਦਾ ਧਨ ਨਾਲ ਵੀ ਪਰਮੇਸ਼ਵਰ ਦੀ ਸੇਵਾ ਕਰਦੇ ਨੇ। ਕਹਿੰਦਾ ਬੀਜ ਲੈ ਕੇ ਆਉਂਦੇ ਨੇ, ਕਹਿੰਦਾ ਕਿ ਜਿਹੋ ਜਿਹਾ ਬੀਜ ਲਿਆਏਗਾ, ਜਿਹੋ ਜਿਹਾ ਮਨ ਲੈ ਕੇ ਆਏਗਾ, ਕਹਿੰਦਾ ਉਹੋ ਜਿਹਾ ਹੀ ਕੱਟੇਗਾ। ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਅਗਰ ਅੱਜ ਤੁਸੀਂ ਪਵਿੱਤਰ ਆਤਮਾ ਦਾ ਵਚਨ ਸੁਣੋ, ਕਹਿੰਦਾ ਆਪਣੇ ਮਨ ਨੂੰ ਕਠੋਰ ਨਹੀਂ ਕਰੋ, ਕਹਿੰਦਾ ਕਿ ਅੱਜ ਜਿਹੋ ਜਿਹਾ ਬੀਜ ਮੇਰੇ ਕੋਲ ਲੈ ਕੇ ਆਓਗੇ, ਕਹਿੰਦਾ ਕਿ ਮੈਂ ਤੁਹਾਨੂੰ ਉਹੋ ਜਿਹਾ ਹੀ ਫਲ ਦੇਵਾਂਗਾ। ਜੇ ਤੁਸੀਂ ਆਪਣੇ ਖੇਤ ਵਿੱਚ ਕਣਕ ਦਾ ਬੀਜ ਬੋਓਗੇ ਤੇ ਤੁਸੀਂ ਜੀਰੀ ਦਾ ਬੀਜ ਨਹੀਂ ਕੱਟ ਸਕਦੇ। ਮੇਰੇ ਕਹਿਣ ਦਾ ਮਕਸਦ ਹੈ ਤੁਸੀਂ ਜਿਹੋ ਜਿਹਾ ਬੋਗੇ ਉਹ ਜਿਹਾ ਕੱਟੋਗੇ। ਇਹ ਬਾਈਬਲ ਆਖਦੀ ਹੈ, ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਅੱਜ ਜਿੰਨੇ ਮੈਨੂੰ ਦੇਖ ਰਹੇ ਨੇ, ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਗਰੰਟੀ ਦੇ ਰਿਹਾ ਕਿ ਪਰਮੇਸ਼ਵਰ ਦਾ ਬਰਕਤ ਦੇਣ ਦਾ ਤਰੀਕਾ ਇਹੀ ਹੈਗਾ। ਉਹ ਕਹਿੰਦਾ ਬਿਨਾਂ ਬੋਏ ਮੈਂ ਲੋਕਾਂ ਨੂੰ ਆਸ਼ੀਸ਼ ਨਹੀਂ ਦਿੰਦਾ। ਅਗਰ ਤੁਸੀਂ ਅੱਜ ਪਵਿੱਤਰ ਆਤਮਾ ਤੋਂ ਧਨ ਦੀ ਆਸ਼ੀਸ਼ ਲੈਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਮੈਨੂੰ ਦੇਖ ਰਹੇ ਨੇ ਅੱਜ ਉਹ ਬੜੀ ਬਰਕਤ ਪਾਣਗੇ। ਪਰਮੇਸ਼ਵਰ ਦਾ ਆਤਮਾ ਕਹਿੰਦਾ, ਲੇਕਿਨ ਬਹੁਤ ਸਾਰੇ ਲੋਕੀ ਇਹ ਸੋਚਦੇ ਨੇ ਕਿ ਸ਼ਾਇਦ ਪਰਮੇਸ਼ਵਰ ਸਾਨੂੰ ਚਰਚ ਜਾਂਦੇ ਹੋਏ ਦੇਖਦਾ ਹੈ। ਲੇਕਿਨ ਬਾਈਬਲ ਕਿਸ ਗੱਲ ਨੂੰ ਬਿਆਨ ਕਰਦੀ ਹੈ? ਬਾਈਬਲ ਉਸ ਗੱਲ ਨੂੰ ਬਿਆਨ ਕਰਦੀ ਹੈ ਕਿ ਜਦ ਤੁਸੀਂ ਚਰਚ ਵੀ ਚਾਹੁੰਦੇ ਹੋ, ਕਹਿੰਦਾ ਕਿ ਮੈਂ ਉਹਨਾਂ ਦੇ ਆਉਣ ਦਾ ਸਟਾਈਲ ਦੇਖਦਾ। ਪ੍ਰਕਾਸ਼ਿਤ ਵਾਕਿਆ ਬੋਲਦਾ ਕਿ ਮੈਂ ਉਹਨਾਂ ਦੇ ਆਉਣ ਦਾ ਸਟਾਈਲ ਦੇਖਦਾ। ਸੁਲੇਮਾਨ ਦੇ ਵਲੰਟੀਅਰਾਂ ਨੂੰ ਪਰਮੇਸ਼ਵਰ ਨੇ ਵੇਖਿਆ। ਉਹ ਕਹਿੰਦਾ ਕਿ ਉਹ ਕਿਵੇਂ ਖੜੇ ਹੁੰਦੇ ਨੇ, ਕਿਵੇਂ ਉਹ ਬੈਠਦੇ ਨੇ। ਉਹ ਸ਼ੀਬਾ ਦੀ ਰਾਣੀ ਕਿਉਂ ਧਨ ਲੈ ਕੇ ਆਈ ਸੁਲੇਮਾਨ ਕੋਲ? ਕਿਉਂਕਿ ਉਹਨੇ ਵੇਖਿਆ ਕਿ ਇਹਦੇ ਵਲੰਟੀਅਰ ਕਿਵੇਂ ਖੜੇ ਹੁੰਦੇ ਨੇ, ਕਿਵੇਂ ਬੈਠਦੇ ਨੇ, ਕਿਵੇਂ ਚੱਲਦੇ ਨੇ, ਕਿਵੇਂ ਫਿਰਦੇ ਨੇ, ਕਿਵੇਂ ਬਾਤਚੀਤ ਕਰਦੇ ਨੇ। ਮੈਂ ਤੁਹਾਨੂੰ ਦੱਸ ਰਿਹਾ ਕਿ ਉਹਦਾ ਕਿੰਨਾ ਡਿਸਿਪਲਿਨ ਦੇਖ ਕੇ ਚਰਚ ਵਿੱਚ ਉਹ ਬੀਜ ਬੋਣ ਵਾਸਤੇ ਗਈ। ਮੇਰੇ ਕਹਿਣ ਦਾ ਮਕਸਦ ਹੈਗਾ ਕਿ ਅਗਰ ਜੇ ਤੁਸੀਂ ਮਤਲਬ ਕਿ ਆਪਣੀ ਲਾਈਫ ਵਿੱਚ ਪਰਮੇਸ਼ਵਰ ਦੇ ਡਿਸਿਪਲਿਨ ਨੂੰ ਫੋਲੋ ਕਰੋਗੇ, ਪਵਿੱਤਰ ਆਤਮਾ ਅੱਜ ਤੁਹਾਡੇ ਬਿਜ਼ਨਸ ਵਿੱਚ, ਤੁਹਾਡੀ ਜੋਬ ਵਿੱਚ ਕਿਸੇ ਦਾ ਵੀ ਮਨ ਖੋਲ ਦੇਗਾ। ਪਵਿੱਤਰ ਆਤਮਾ ਕਹਿੰਦਾ ਕਿ ਅਗਰ ਤੁਸੀਂ ਸੇਵਕਾਈ ਕਰ ਰਹੇ ਹੋ ਤੇ ਉਹ ਕਿਸੇ ਦਾ ਵੀ ਮਨ ਖੋਲ ਸਕਦਾ ਹੈ, ਲੇਕਿਨ ਡਿਸਿਪਲਿਨ ਬਹੁਤ ਜ਼ਰੂਰੀ ਆ। ਮੇਰੇ ਕਹਿਣ ਦਾ ਮਕਸਦ ਹੈ ਕਿ ਪਰਮੇਸ਼ਵਰ ਨੇ ਜੋ ਆਪਣੀ ਆਗਿਆ ਲਿਖੀ ਆ ਬਾਈਬਲ ਵਿੱਚ, ਉਹਨੂੰ ਮੰਨਣਾ ਬਹੁਤ ਜ਼ਰੂਰੀ ਆ। ਮੇਰੇ ਕਹਿਣ ਦਾ ਮਕਸਦ ਹੈ ਬਰਕਤ ਲੈਣ ਦਾ ਤਰੀਕਾ ਕੀ ਆ? ਬਰਕਤ ਲੈਣ ਦਾ ਤਰੀਕਾ ਬਾਈਬਲ 'ਚ ਲਿਖਿਆ ਕਿ ਦੋਗੇ ਤੇ ਦਿਆ ਜਾਵੇਗਾ। ਮਤਲਬ ਕਿ ਜੇ ਅਗਰ ਤੁਸੀਂ ਅੱਜ ਬੀਜ ਬੋਗੇ ਤੇ ਪਰਮੇਸ਼ਵਰ ਤੁਹਾਨੂੰ 100 ਗੁਣਾ ਵਾਪਿਸ ਕਰੇਗਾ। ਮੇਰੇ ਕਹਿਣ ਦਾ ਮਕਸਦ ਆ ਕਿ ਪਵਿੱਤਰ ਆਤਮਾ ਕਹਿੰਦਾ ਕਿ ਬਹੁਤ ਸਾਰੇ ਲੋਕੀ ਸੋਚਦੇ ਨੇ ਕਿ ਸ਼ਾਇਦ ਪਰਮੇਸ਼ਵਰ ਮੈਨੂੰ ਦੇਖ ਰਿਹਾ ਕਿ ਮੈਂ ਕਿਵੇਂ ਭਗਤੀ ਕਰ ਰਿਹਾ, ਬਾਹਰ ਮੈਂ ਜਾਂਦਾ ਤੇ ਮੈਨੂੰ ਨਹੀਂ ਦੇਖ ਰਿਹਾ। ਬਹੁਤ ਸਾਰੇ ਲੋਕੀ ਸੋਚਦੇ ਨੇ ਕਿ ਮੈਂ ਬਾਈਬਲ ਕਿਵੇਂ ਪੜ੍ਹ ਰਿਹਾ, ਪਰਮੇਸ਼ਵਰ ਮੈਨੂੰ ਦੇਖਦਾ, ਮੈਂ ਕਿਹਦੇ ਨਾਲ ਕਿਵੇਂ ਗੱਲ ਕਰ ਰਿਹਾ, ਪਰਮੇਸ਼ਵਰ ਮੈਨੂੰ ਦੇਖਦਾ। ਉਹ ਸਹੀ ਸੋਚ ਰਿਹਾ, ਲੇਕਿਨ ਪਰਮੇਸ਼ਵਰ ਬਾਹਰ ਤੇ ਅੰਦਰ ਸਾਰੀ ਚੀਜ਼ਾਂ ਨੂੰ ਦੇਖਦਾ। ਲੇਕਿਨ ਜਦ ਲੋਕੀ ਬੀਜ ਬੋਂਦੇ ਨੇ, ਜਦ ਲੋਕੀ ਦਾਨ ਦਿੰਦੇ ਨੇ ਤੇ ਲੋਕੀ ਸੋਚਦੇ ਨੇ ਕਿ ਸ਼ਾਇਦ ਪਰਮੇਸ਼ਵਰ ਮੈਨੂੰ ਨਹੀਂ ਦੇਖ ਰਿਹਾ। ਮੈਂ ਤੁਹਾਡੇ ਵਾਸਤੇ ਬਾਈਬਲ ਚੋਂ ਹੀ ਇੱਕ ਵਰਡ ਪੜ੍ਹ ਰਿਹਾ। ਬਾਈਬਲ ਵਿੱਚ ਲਿਖਿਆ, ਮਰਕੁਸ ਦੇ 12:41 ਵਿੱਚ ਲਿਖਿਆ ਕਿ ਇੱਕ ਜਗ੍ਹਾ ਯਿਸੂ ਮਸੀਹ ਸੰਡੇ ਉੱਥੇ ਗਿਆ ਤੇ ਉੱਥੇ ਲਿਖਿਆ ਕਿ ਯਿਸੂ ਮਸੀਹ ਇੱਕ ਸੰਡੇ ਜਾ ਕੇ ਖਲੋ ਗਿਆ ਇੱਕ ਸਾਈਡ ਤੇ ਉਹ ਇਹ ਦੇਖਦਾ ਸੀ, ਕਹਿੰਦਾ ਕਿ ਅੱਜ ਮੈਂ ਚੈੱਕ ਕਰਾਂਗਾ ਕਿ ਲੋਕ ਕਿਵੇਂ ਮੰਦਿਰ ਵਿੱਚ ਜਾ ਕੇ ਉਹਦੇ ਭੰਡਾਰ ਵਿੱਚ ਕਿਵੇਂ ਬੀਜ ਬੋਂਦੇ ਨੇ, ਕਿਵੇਂ ਪੈਸੇ ਡਾਲਦੇ ਨੇ, ਕਿਵੇਂ ਦਾਨ ਡਾਲਦੇ ਨੇ। ਇਹਦਾ ਮਤਲਬ ਇਹ ਹੈਗਾ ਕਿ ਤੁਹਾਡਾ ਦਾਨ ਪਰਮੇਸ਼ਵਰ ਚੈੱਕ ਕਰਦਾ ਹੈ। ਮਤਲਬ ਕਿ ਤੁਸੀਂ ਕੀ ਚਰਚ ਵਿੱਚ ਜਾ ਕੇ ਕਿਸ ਮਨ ਨਾਲ, ਕਿਸ ਦਿਲ ਨਾਲ ਤੁਸੀਂ ਜਾ ਕੇ ਉੱਥੇ ਬੋਂਦੇ ਹੋ। ਅਗਰ ਅੱਜ ਤੁਸੀਂ ਬਰਕਤ ਪਾਣਾ ਚਾਹੁੰਦੇ ਹੋ ਤੇ ਪਰਮੇਸ਼ਵਰ ਦਾ ਆਤਮਾ ਇਹ ਵੀ ਚੈੱਕ ਕਰਦਾ ਹੈ ਕਿ ਤੁਸੀਂ ਕਿਸ ਪ੍ਰਕਾਰ ਬੀਜ ਬੋਂਦੇ ਹੋ, ਮਤਲਬ ਕਿਸ ਪ੍ਰਕਾਰ ਬੀਜ ਲੈ ਕੇ ਆਉਂਦੇ ਹੋ। ਅਗਰ ਜੇ ਤੁਸੀਂ ਬੜੀ ਪ੍ਰਾਰਥਨਾ ਕਰ ਰਹੇ ਹੋ, ਬਹੁਤ ਪਵਿੱਤਰ ਆਤਮਾ ਦੇ ਅੱਗੇ ਫਾਸਟਿੰਗ ਕਰ ਰਹੇ ਹੋ, ਲੇਕਿਨ ਤੁਹਾਨੂੰ ਕੋਈ ਫਲ ਨਹੀਂ ਮਿਲ ਰਿਹਾ, ਲੇਕਿਨ ਪਵਿੱਤਰ ਆਤਮਾ ਕਹਿੰਦਾ ਕਿ ਦੋਗੇ ਤੇ ਦਿਆ ਜਾਵੇਗਾ। ਮਤਲਬ ਕਿ ਅਗਰ ਅੱਜ ਤੁਸੀਂ ਇੱਕ ਮਨ ਨੂੰ ਆਪਣੇ ਖੋਲੋਗੇ ਤੇ ਪਵਿੱਤਰ ਆਤਮਾ ਦੇ ਵਚਨ ਦੇ ਅਨੁਸਾਰ ਉਹਦੇ ਭੰਡਾਰ ਵਿੱਚ ਜਾ ਕੇ ਸੰਡੇ ਨੂੰ ਬੀਜ ਬੋਗੇ, ਲੇਕਿਨ ਪਰਮੇਸ਼ਵਰ ਦਾ ਆਤਮਾ ਦੇਖਦਾ ਤੇ ਕਹਿੰਦਾ ਜਿਹੋ ਜਿਹਾ ਬੋਗੇ ਉਹੋ ਜਿਹਾ ਕੱਟੋਗੇ। ਇਸ ਵਿਧਵਾ ਨੇ ਕੀ ਕੀਤਾ? ਇਹਨੇ ਆਪਣੀ 2 ਦਮੜੀ ਪੂਰੀ ਜੀਵਕਾ ਦੀ ਕਮਾਈ ਉੱਥੇ ਪਾਤੀ, ਲੇਕਿਨ ਉਹ ਕਹਿੰਦਾ ਯਿਸੂ ਮਸੀਹ ਆਇਆ ਤੇ ਉਹਨੇ ਚੈੱਕ ਕੀਤਾ। ਲੋਕੀ ਹੈਰਾਨ ਹੋ ਗਏ, ਲੋਕੀ ਕਹਿੰਦੇ ਕਿ ਯਿਸੂ ਮਸੀਹ ਤਾਂ ਇੱਥੇ ਸੀਗਾ ਹੀ ਨਹੀਂ, ਇਹਨੂੰ ਕਿਵੇਂ ਪਤਾ ਕਿ ਇਹਨੇ ਵਿਧਵਾ ਔਰਤ ਨੇ 2 ਦਮੜੀ ਡਾਲੀ ਅੱਜ। ਮਤਲਬ ਕਿ ਮੇਰੇ ਕਹਿਣ ਦਾ ਮਕਸਦ ਹੈ ਕਿ ਯਿਸੂ ਮਸੀਹ ਨੇ ਉੱਥੇ ਬਹੁਤ ਸਾਰੇ
ਧਨਵਾਨਾਂ ਨੇ ਉੱਥੇ अपना बीज बोया, अपना दान बोया, लेकिन वो कहता कि आज मैंने बहुत सारे धनवानों के दान को फेल कर दिया। कहता कि आज तो मैंने इस गरीब औरत के दान को, इसके बोने के स्टाइल को कहता कि मैं पास किया। अज कहता कि मैं आज ए औरत पास हुई आ। मेरे कहने का मकसद है कि परमेश्वर देखता है तुहानू जब तुसी चर्च विच जांदे हो, तुसी वड्डी वड्डी डिमांड करते हो कि परमेश्वर तू मैनू ए दे, मैनू ए दे, लेकिन परमेश्वर दा आत्मा कहता कि तुहाडे बीज बोने का स्टाइल की है। मैं कह रहा तुहानू कि परमेश्वर ने जब अब्राहम नू कहा कि अब्राहम तू अपना बच्चा लैके आ जा कि मैं तू ਉਹਨੂੰ ਅੱਜ ਦਾਨ ਕਰ ਦੇ, ਉਸੇ ਵੇਲੇ ਅਬਰਾਹਮ ਨੇ ਆਪਣੀ ਪਤਨੀ ਨੂੰ ਪੁੱਛਿਆ। ਅੱਜ ਚਰਚ ਵਿੱਚ ਲੋਕ ਜਾਂਦੇ ਨੇ, ਜਦ ਉਸੇ ਵੇਲੇ ਜਦੋਂ ਪਵਿੱਤਰ ਆਤਮਾ ਉਹਨਾਂ ਦੇ ਨਾਲ ਗੱਲ ਕਰਦਾ ਹੈ ਕਿ ਅੱਜ क्रिसमस आ गया, अज कोई चर्च की कोई ब्लैसिंग वास्ते या चर्च बनाने वास्ते, कोई भवन बनाने वास्ते कोई भी अज बीज लैके आओ, कोई बीज बोना, तो उत्थे लोग की करते हैं अपनी पत्नियों को अपने परिवार नाल सलाह करते हैं। लेकिन अब्राहम ने सलाह नहीं की। अब्राहम ने की किया? अब्राहम ने एक फैसला किया कि नहीं परमेश्वर जिहो जिहा तू मतलब मेरे नाल गल कर रहा है, मैं उस गल नूं फॉलो करदा, तो तू जो कह रहा है मैं कर रहा। वो अपने बीज नूं लैके, अपने पुत्र नूं लैके उस वेदी ते पहुँच गया देण वास्ते। उन्हें परमेश्वर ने मंगिया तो वह दान करने वास्ते चला गया। मेरे कहने का मकसद आ कि वह बलिदान करने वास्ते चला गया। यीशु मसीह धरती ते आया, वह तुहाडे दान नूं देख के आया। मतलब कि परमेश्वर आ तुहाडे तो दान नहीं बलिदान चाहता है। मतलब कि मन दे नाल खुश होके आज यीशु मसीह धरती ते आ। परमेश्वर ने साडे वास्ते की नहीं किया? परमेश्वर ने अपना इकलौता पुत्र दान करता। मतलब कि उन्हें दान किया, लेकिन यीशु मसीह ने बलिदान दिता। तुसी अपने आप नूं बलिदान करो, यीशु मसीह वास्ते समर्पण करो। पवित्र आत्मा जब तुहाडे समर्पण नूं देखेगा, तुहानूं गारंटी दे रहा है वचन कहता कि अपने मन नूं कठोर ना करो। कहता कि आज जिवें जिहा तुसीं बोओगे, कहता जिवें जिहा तुसीं बोओगे, कहता जिवें तुसीं नापोगे आज परमेश्वर के वास्ते, कहता कि ओहो जिहा भी वह भी तुहाडे वास्ते नापेगा। मेरे कहने का मकसद हैगा कि अज तुसीं अगर कोई बड़ी बरकत लेना चाहते हो तो परमेश्वर तुहानूं जरूर बरकत देगा, लेकिन पवित्र आत्मा के वचन के अनुसार वो कहता है कि अगर तुसीं अज धनवान होना चाहते हो, अगर तुसीं अज अपने बिजनेस नूं फैलाना चाहते हो, कहता कि जिहड़े मेरे भवन विच बीज लैके आंदे ने, कहता जिहड़े मैनूं दान दिंदे ने मेरे सेवकाई वास्ते, कहता कि मैं उन्हां नूं निराश नहीं करदा। मैं तुहानूं दस रहा कि इसहाक ने जिस वर्ष विच बोया उसी वर्ष काट लिया। मतलब कि परमेश्वर वायदा करता, कहता मैं आकाश दे रोक के खोलांगा, अपरंपार आशीष की वर्षा करांगा, नाश करने वाले नूं घुड़कांगा। पवित्र आत्मा का वायदा है। लेकिन क्यों? क्योंकि कहता कि यह किसी डॉक्टर दे कोल नहीं, क्या किसी वकील दे कोल नहीं। आज तुसीं परमेश्वर दे रब दे घर विच बीज बोण जा रहे हो। परमेश्वर तुहानूं 100 गुणा बरकत देण जा रहा है। मैं तुहानूं कह रहा कि परमेश्वर दा आत्मा बीज बोने वाले नूं, मतलब कि दिलों बीज बोने वाले नूं कहंदा, किसान नूं कहंदा कि बेशक तू रोंदा जा रहा है, लेकिन तू याद रख, विश्वास रख, कहंदा कि तू 1 साल बाद जरूर कट्टेगा। लेकिन की करते हैं लोग? बीज बोंदे ने, लेकिन उन्होंने पता नहीं आपां बीज किवें बोईए, अपने पर्स चों कड्डदे ने ते बीज बो दिंदे ने। लेकिन नहीं, तुसीं अपने बीज नूं हत्थ विच फड़ो अज, ते उसी वेले की करो कि परमेश्वर मैं प्रार्थना कर रहा कि मैं अज जिहड़ा बीज लैके आया तो अज 100 गुणा फल लैके आवे। मैं तुहानूं दस रहा कि उसी वेले किसान ने जो बीज बोया तो वो बाद की करता, वो रब अगे अरदास करता है कि पवित्र आत्मा मैं अज जो बीज बोया, मेरे बीज बोने के बाद मेरी फसल नूं, जिहड़ी फसल आने वाली है, मैं विश्वास करदा कि फसल नूं मेरे कीड़े ना लगण। मैं तुहानूं कह रहा कि जब तुसीं बीज बोओगे तो पवित्र आत्मा तुहानूं धन की आशीष देगा, तो तुहाडे बच्चों नूं, तुहाडे परिवार नूं ब्लैसिंग देगा। उहदे कहण दा मकसद आ कि जब तुसीं परमेश्वर दे स्वर्ग राज्य दे वास्ते बीज बोंदे हो, दान दिंदे हो, तो परमेश्वर दा आत्मा कहंदा मैं तुहानूं फलावांगा, क्योंकि तुसीं वचन नूं जाणदे हो कि लिखिया दोगे तो दिया जाएगा। लेकिन एक गल नूं ध्यान रखो, शैतान भी इस वचन नूं जाणदा, कहंदा कि दोगे दिया जाएगा। वो जाणदा है कि अगर यह देणगे परमेश्वर दे राज्य विच ते ओ जान मूझ के शैतान अड़चन पांदा कि इस बंदे नूं कि परमेश्वर दे राज्य विच बीज ना बोण देवे, क्योंकि वो जानदा है कि अगर ए बीज बोता इन्हें, क्योंकि वचन विच लिखिया वो पूरा होना ही होना, कि वो कह रहा है कि जे दोगे तो दिया जाएगा। वो कहता है कि अगर इन्हां ने देता तो परमेश्वर ने इन्हां नूं दे देना है जिहड़ी चीज़ है मंग रहे ने। इस करके वो बार बार रोकदा, तो परमेश्वर ने भी यह वचन कहा है, कहता कि जब तुसीं परमेश्वर दे वचन नूं सुनो तो अपने मन नूं कठोर ना करो। मेरे कहण दा मकसद है कि अज अगर तुसीं आज एक बड़ी बरकत नूं अपनी लाइफ विच देखना चाहते हो, तो मेरे कहने का मकसद है कि मैं अज तुहाडे वास्ते प्रार्थना करांगा, लेकिन तुसी अपना बीज जिहड़ा अपना दान आ, मतलब कि अपनी भेंट आ, परमेश्वर दे अगे लैके आओ। इजराइली की करदे सी? इजराइली परमेश्वर नूं प्रसन्न करन वास्ते अपना बीज, अपनी पहली कमाई परमेश्वर दे अगे लैके आंदे सी। आदम हवा नूं मतलब कि ऑर्डर सीगा कि तू सारे बाग च फल खा सकदा, लेकिन पहली कमाई दा फल तू मत खाना। मतलब वो पहला पेड़ सीगा जिहदा उन्हें फल तोड़ के खाया तो वो श्रापित
ਸਾਬਿਤ ਹੋਗੀ। ਮੇਰੇ ਕਹਿਣ ਦਾ ਮਕਸਦ ਆ ਕਿ ਪਰਮੇਸ਼ਵਰ ਪਹਿਲੀ ਕਮਾਈ ਕਿਸੇ ਨੂੰ ਨਹੀਂ ਦਿੰਦਾ, ਪਹਿਲੀ ਕਮਾਈ ਪਰਮੇਸ਼ਵਰ ਦੀ ਹੈਗੀ ਆ। ਉਹ ਕਹਿੰਦਾ ਕਿ ਜਿਹੜੇ ਬੀਜ ਬੋਂਦੇ ਨੇ ਉਹ ਧਨਵਾਨ ਹੁੰਦੇ ਨੇ। ਮਤਲਬ ਉਹ ਕਹਿੰਦਾ ਕਿ ਅਗਰ ਜੇ ਤੁਸੀਂ ਕੰਗਾਲ ਨੂੰ ਦਿੰਦੇ ਹੋ, ਕਹਿੰਦਾ ਕਿ ਮੈਨੂੰ ਉਧਾਰ ਦਿੰਦੇ ਹੋ, ਕਹਿੰਦਾ ਬਾਈਬਲ 'ਚ ਲਿਖਿਆ ਜ਼ਬੂਰ ਦੀ ਪੋਥੀ ਵਿੱਚ, ਕਹਿੰਦਾ ਜਿਹੜਾ ਕੰਗਾਲ ਨੂੰ ਦੇਗਾ ਉਹ ਉਧਾਰ ਮੈਨੂੰ ਦੇ ਰਿਹਾ। ਮੇਰੇ ਕਹਿਣ ਦਾ ਮਕਸਦ ਆ ਕਿ ਇੱਕ ਜਗ੍ਹਾ ਵਿਆਭਿਚਾਰਨੀ ਇਸਤਰੀ ਨੇ ਯਿਸੂ ਮਸੀਹ ਦੇ ਪੈਰਾਂ ਵਿੱਚ ਉਹ ਇਤਰ ਡਾਲਤਾ 40,000 ਦਾ, ਲੇਕਿਨ ਉਸੇ ਵੇਲੇ ਲੋਕੀ ਕੁੜਕੁੜਾਉਣ ਲੱਗੇ, ਕਹਿੰਦੇ ਕਿ ਇੰਨਾ ਮਹਿੰਗਾ ਬੀਜ, ਕਹਿੰਦਾ ਇੰਨਾ ਮਹਿੰਗਾ ਇਤਰ, ਕਹਿੰਦਾ ਇਹਦੇ ਪੈਰਾਂ ਦੇ ਵਿੱਚ ਵੇਸਟ ਕਰਤਾ। ਕਹਿੰਦਾ ਕਿ ਇਹਦੋਂ ਵਧੀਆ ਤਾਂ ਕਿਸੇ ਗਰੀਬ ਨੂੰ ਜਾ ਕੇ ਰੋਟੀ ਖਿਲਾਉਂਦੇ, ਕਹਿੰਦਾ ਉਹ ਸਾਨੂੰ ਆਸ਼ੀਸ਼ ਦਿੰਦਾ। ਲੇਕਿਨ ਯਿਸੂ ਮਸੀਹ ਕਹਿੰਦਾ ਕਿ ਕੰਗਾਲ ਤੁਹਾਡੇ ਨਾਲ ਸਦਾ ਰਹਿਣਗੇ, ਲੇਕਿਨ ਕਹਿੰਦਾ ਕਿ ਮੈਂ ਤੁਹਾਡੇ ਨਾਲ ਸਦਾ ਨਹੀਂ ਰਵਾਂਗਾ। ਮੇਰੇ ਕਹਿਣ ਦਾ ਮਕਸਦ ਹੈਗਾ, ਤੁਸੀਂ ਅੱਜ ਵਚਨ ਨੂੰ ਸੁਣ ਰਹੇ ਹੋ, ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਬੀਜ ਬੋਣ ਦੇ ਬਾਅਦ ਇਨਸਾਨ ਦੀ ਤਰੱਕੀ ਹੁੰਦੀ ਹੈ। ਦਾਨ ਦੇਣ ਦੇ ਬਾਅਦ ਪਰਮੇਸ਼ਵਰ ਸਾਡੀ ਪ੍ਰਮੋਸ਼ਨ ਕਰਦਾ ਹੈ। ਦਾਨ ਦੇਣ ਦੇ ਬਾਅਦ ਹੀ ਪਰਮੇਸ਼ਵਰ ਤੁਹਾਡੇ ਬੱਚਿਆਂ ਨੂੰ ਗਵਰਨਮੈਂਟ ਜੋਬ ਦੇਗਾ, ਤੁਹਾਡੇ ਹਰ ਇੱਕ ਬਿਜ਼ਨਸ ਨੂੰ ਫੈਲਾਏਗਾ, ਕਿਉਂਕਿ ਉਹਦਾ ਵਾਅਦਾ ਹੈ। ਕਹਿੰਦਾ ਕਿ ਜਿਹੋ ਜਿਹਾ ਬੋਗੇ ਉਹ ਜਿਹਾ ਕੱਟੋਗੇ, ਕਹਿੰਦਾ ਦੋਗੇ ਤਾਂ ਦਿੱਤਾ ਜਾਵੇਗਾ। ਮੇਰੇ ਕਹਿਣ ਦਾ ਮਕਸਦ ਹੈ ਕਿ ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਜੇ ਤੁਸੀਂ ਧਨ ਦੀ ਆਸ਼ੀਸ਼ ਲੈਣਾ ਚਾਹੁੰਦੇ ਹੋ, ਕਿ ਤੁਹਾਨੂੰ ਇਹ ਪਰਮੇਸ਼ਵਰ ਦਾ ਹੁਕਮ ਦਾ ਪਾਲਣ ਕਰਨਾ ਪੈਣਾ ਹੈ। ਇਹਦੇ ਬਾਅਦ ਹੀ ਪਵਿੱਤਰ ਆਤਮਾ ਤੁਹਾਨੂੰ ਅੱਜ ਬਰਕਤ ਦੇਗਾ। ਮੇਰੇ ਕਹਿਣ ਦਾ ਮਕਸਦ ਹੈ ਕਿ ਅਗਰ ਅੱਜ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਤੇ ਅੱਜ ਆਪਣੇ ਬੀਜ ਨੂੰ ਆਪਣੇ ਹੱਥ ਵਿੱਚ ਫੜੋ ਤੇ ਕਮਿਟਮੈਂਟ ਕਰੋ, ਜਿਵੇਂ ਯਾਕੂਬ ਨੇ ਕਮਿਟਮੈਂਟ ਕੀਤੀ ਕਿ ਜੇ ਤੂੰ ਮੈਨੂੰ ਰੋਟੀ, ਕੱਪੜਾ, ਮਕਾਨ ਤੇ ਮੈਨੂੰ ਸਹੀ ਸਲਾਮਤ ਲੈ ਕੇ ਆਵੇਂਗਾ ਤੇ ਮੈਂ ਇਹੋ ਜਿਹਾ ਬੀਜ ਬੋਵਾਂਗਾ, ਜੇ ਮੈਂ ਸਾਰੇ ਵਰਸ਼ ਤੇਰੇ ਭਵਨ ਵਿੱਚ ਤੇ ਤੇਰੀ ਵੇਦੀ ਬਣਵਾਵਾਂਗਾ ਤੇ ਮੈਂ ਇਹੋ ਜਿਹਾ ਬੀਜ ਬੋਵਾਂਗਾ, ਮੈਂ ਤੈਨੂੰ ਪ੍ਰਸੰਨ ਕਰਾਂਗਾ। ਤੇ ਉਹਨੇ ਉਹ ਕੰਮ ਕੀਤਾ ਤੇ ਪਰਮੇਸ਼ਵਰ ਨੇ ਉਹਨੂੰ ਸੰਭਾਲ ਕੇ ਰੱਖਿਆ। ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੀ ਮਿਨਿਸਟਰੀਆਂ ਤੁਸੀਂ ਅੱਜ ਬਲੈਸਿੰਗ ਵਿੱਚ ਬਦਲ ਜਾਓ, ਤੁਹਾਡੀ ਫੈਕਟਰੀਆਂ, ਤੇ ਅੱਜ ਮੈਂ ਤੁਹਾਨੂੰ ਗਰੰਟੀ ਦੇ ਰਿਹਾ, ਬੀਜ ਬੋਣ ਦੇ ਫੈਸਲੇ ਦੇ ਬਾਅਦ ਹੀ ਤੁਹਾਨੂੰ ਪਰਮੇਸ਼ਵਰ ਬਹੁਤ ਸਾਰੀ ਬਰਕਤ ਦੇਣ ਜਾ ਰਿਹਾ ਹੈ। ਅੱਜ ਦਾ ਟੌਪਿਕ ਤੁਸੀਂ ਸੁਣਿਆ ਕਿ ਬਰਕਤ ਕਿਵੇਂ ਪਾਈਏ, ਮਤਲਬ ਕਿ ਬੀਜ ਬੋਣ ਦੇ ਬਾਅਦ, ਦਾਨ ਦੇਣ ਦੇ ਬਾਅਦ ਹੀ ਪਰਮੇਸ਼ਵਰ ਬਰਕਤ ਦਿੰਦਾ। ਮੇਰੇ ਕਹਿਣ ਦਾ ਮਕਸਦ ਹੈ ਧਨ ਦੀ ਆਸ਼ੀਸ਼ ਦਿੰਦਾ। ਤੇ ਅਗਰ ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਬਰਕਤਾਂ ਦੇਵੇ, ਤੇ ਅੱਜ ਤੁਸੀਂ ਆਪਣਾ ਬੀਜ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਵਾਸਤੇ ਉਹਦੇ ਕੰਮਾਂ ਵਿੱਚ ਲਾਓ। ਮੇਰੇ ਕਹਿਣ ਦਾ ਮਕਸਦ ਆ ਕਿ ਜਿਵੇਂ ਸਾਡਾ ਚਰਚ ਜਲੰਧਰ ਤਾਜਪੁਰ ਵਿੱਚ ਬਣ ਰਿਹਾ ਹੈ ਤੇ ਚੰਡੀਗੜ੍ਹ ਵਿੱਚ ਬਣ ਰਿਹਾ, ਤੇ ਤੁਸੀਂ ਉੱਥੇ ਆ ਕੇ ਬੀਜ ਬੋ ਸਕਦੇ ਹੋ। ਪਰਮੇਸ਼ਵਰ ਤੁਹਾਨੂੰ ਬਹੁਤ ਬਲੈਸ ਕਰੇਗਾ। ਜਿਹੜੇ ਵੀ ਕ੍ਰਿਸਮਸ ਤੇ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਦੇ ਯਿਸੂ ਮਸੀਹ ਦੇ ਜਨਮ ਦਿਨ ਨੂੰ ਮਨਾਉਣਾ ਚਾਹੁੰਦੇ ਨੇ, ਉਹਦੇ ਜਨਮ ਦਿਨ ਤੇ ਵਧਾਈ ਦੇਣਾ ਚਾਹੁੰਦੇ ਨੇ, ਇੱਕ ਦੂਸਰੇ ਨੂੰ ਉਹਦੇ ਭੋਜ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਜਾਂ ਬੀਜ ਦੇਣਾ ਚਾਹੁੰਦੇ ਨੇ, ਤੇ ਉਹ ਆ ਕੇ ਆਪਣਾ ਬੀਜ ਬੋ ਸਕਦੇ ਨੇ। ਤੇ ਇਹ ਸਾਡਾ ਅਕਾਊਂਟ ਨੰਬਰ ਹੈਗਾ ਥੱਲੇ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ। ਤੇ ਪਰਮੇਸ਼ਵਰ ਦਾ ਆਤਮਾ ਕਹਿੰਦਾ ਕਿ ਜਿਹੜੇ ਬੀਜ ਬੋਣਗੇ ਉਹ ਜ਼ਰੂਰ ਫਲਣਗੇ। ਤੇ ਮੇਰਾ ਵਿਸ਼ਵਾਸ ਆ ਕਿ ਜਿਹੜੇ ਇਸ ਮਿਨਿਸਟਰੀ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੀਜ ਬੋ ਰਹੇ ਨੇ ਇਸ ਮਿਨਿਸਟਰੀ ਵਿੱਚ, ਤੇ ਉਹ ਬਹੁਤ ਫਲ ਰਹੇ ਨੇ। ਤੇ ਮੇਰਾ ਆਸ਼ੀਰਵਾਦ ਆ, ਤੇ ਮੈਂ ਉਹਨਾਂ ਵਾਸਤੇ ਪ੍ਰਾਰਥਨਾ ਕਰਦਾ ਕਿ ਉਹ ਬਹੁਤ ਸਾਰੇ ਆਸ਼ੀਸ਼ ਪਾਉਣ। ਮੈਂ ਉਹਨਾਂ ਵਾਸਤੇ ਪ੍ਰਾਰਥਨਾ ਕਰ ਰਿਹਾ। ਆਈਏ ਆਪਾਂ ਅੱਖ ਬੰਦ ਕਰੀਏ। ਜਿਹਨੇ ਟੀਵੀ ਸਕਰੀਨ ਤੇ ਹੱਥ ਰੱਖ ਰਹੇ ਨੇ, ਅੱਜ ਉਹ ਆਪਣੀ ਲਾਈਫ ਵਿੱਚ ਮਿਰਾਕਲ ਮਨੀ ਦੀ ਆਸ਼ੀਸ਼ ਦੇਖ ਰਹੇ ਨੇ। ਪਵਿੱਤਰ ਆਤਮਾ, ਮੈਂ ਪ੍ਰਾਰਥਨਾ ਕਰਦਾ ਕਿ ਅੱਜ ਇਹਨਾਂ ਦੇ ਬਿਜ਼ਨਸ बढ़ जाण यीशु दे नाम विच। मैं प्रार्थना करदा पवित्र आत्मा जी ऐसी वेले इन्हां दी तरक्कियां स्टार्ट हो जाण, जॉब लग जाण, अज गवर्नमेंट जॉब दी आशीष मिल जाए। पवित्र आत्मा मैं प्रार्थना करदा इसी वेले इन्हां दा पैसा किसी ने मारिया इसी वेले पवित्र आत्मा जी मैं प्रार्थना करदा कि वो वापस आ जाए यीशु मसीह दे नाम विच। मैं प्रार्थना करदा कि जी किसी ने पैसा लाया है परमेश्वर लेकिन वो फल नहीं रहा, ऐसी वेले इन्हां दा बिजनेस फलन लग जाए। पवित्र आत्मा मैं प्रार्थना करदा धन दी आशीष इन्हां दे उत्ते आ जाए। मैं अनोइंटिंग नूं छड्डदा यीशु मसीह दे नाम विच, धन दी आशीष प्राप्त करन जिन्हें मैनू देख रहे हैं। अज तो बरकत इन्हां दे बच्चों उत्ते, इन्हां दे परिवारों उत्ते, इन्हां दे बिजनेस उत्ते, इन्हां दे घर उत्ते बरकत 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 यीशु मसीह दे नाम विच आ जाए। पवित्र आत्मा मैं विश्वास करदा तू बरकत दित्ती है। मैं आत्मा विच वेख रहा प्रभु यीशु मसीह ने एक भरा नूं ब्लैस किया कि ਉਹਦੇ फैमिली हैगी है कमलजीत कौर, कोई ਉਹਨੇ पैसा लाया बड़ा कैनेडा अमरीका ਵਿੱਚ ਆਪਣੇ ਬੱਚਿਆਂ ਨੂੰ ਭੇਜਣ ਵਾਸਤੇ, ਲੇਕਿਨ ਉਹਨਾਂ ਨੂੰ ਰਿਜ਼ਲਟ ਨਹੀਂ ਆ ਰਿਹਾ ਕੁਝ ਵੀ। ਲੇਕਿਨ ਪਰਮੇਸ਼ਵਰ ਦਾ ਆਤਮਾ ਕਹਿ ਰਿਹਾ ਕਿ ਇਸ ਵਰਸ਼ ਵਿੱਚ ਉਹ ਬੀਜ ਬੋ ਰਹੇ ਨੇ ਤੇ ਪਵਿੱਤਰ ਆਤਮਾ ਉਹਨੂੰ ਕਹਿ ਰਿਹਾ ਕਿ ਮੈਂ ਉਹਨੂੰ ਫਲਾਣ ਜਾ ਰਿਹਾ। ਯਿਸੂ ਮਸੀਹ ਦੇ ਨਾਮ ਵਿੱਚ ਜਿੰਨੇ ਬੀਜ ਬੋ ਰਹੇ ਨੇ ਪਵਿੱਤਰ ਆਤਮਾ ਤੁਹਾਨੂੰ ਬਲੈਸ ਕਰ। ਆਮੀਨ। देवो जगी उत्ते यीशु दी गवाही, ओ देवो जगी उत्ते यीशु दी गवाही। ओ वड्डे वड्डे कम करदा, ओ वड्डे वड्डे कम करदा, ओ वड्डे वड्डे कम करदा, ओ वड्डे वड्डे कम करदा। यीशु अन्नेयां नूं अखियां दिखाउंदा ए, ओदे कोल आके कोड़ी शिफा पाउंदा ए। यीशु अन्नेयां नूं अखियां दिखाउंदा ए, ओदे कोल आके कोड़ी शिफा पाउंदा ए, कोड़ी शिफा पा के दिंदा ए गवाही।
ਗਵਾਹੀ ਉਹ ਵੱਡੇ ਵੱਡੇ ਕੰਮ ਕਰਦਾ